ਜੀ अस्सलाम वालेकुम ਦੋਸਤਾਂ ਦੇ ਨਾਲੇਜ ਦੇ ਵਿੱਚ ਇਲਮ ਦੇ ਇਜ਼ਾਫੇ ਵਾਸਤੇ ਇਹ ਤੁਹਾਨੂੰ ਫਰੈਂਕਫਰਟ ਦੇ ਵਿੱਚ ਇੱਕ ਬਹੁਤ ਹੀ ਮਸ਼ਹੂਰ ਚਰਚ ਜਿਹਦੇ ਉੱਤੇ ਤੁਸੀਂ ਦੇਖ ਰਹੇ ਜੇ ਕਿੱਡਾ ਬੁਲੰਦ ਹੈ, ਘੜੀ ਵੀ ਲੱਗੀ ਔਰ ਇਹਦੀ ਇੱਕ ਬੜੀ ਹਿਸਟਰੀ ਹੈ, ਉਹ ਵੀ ਤੁਹਾਨੂੰ ਦੱਸਦੇ ਹਾਂ। ਇਹ ਚਰਚ ਉਹ ਚਰਚ ਹੈ ਜਿਹੜਾ ਜੰਗੇ ਅਜ਼ੀਮ ਦੋਮ ਦੇ ਵਿੱਚ ਜਿਹੜੀ ਤਬਾਹੀ ਹੋਈ ਸੀ ਫਰੈਂਕਫਰਟ ਦੇ ਵਿੱਚ, ਉਹਦੇ ਵਿੱਚ ਤਬਾਹ ਹੋਣ ਤੋਂ ਬਚ ਗਿਆ। ਉਹਨੂੰ ਆਪਣੀ ਉਹਨਾਂ ਨੇ ਪੁਰਾਣੀ ਹਾਲਤ ਦੇ ਵਿੱਚ ਉਸ ਤਰ੍ਹਾਂ ਰੱਖਿਆ। ਇਸ ਨੂੰ ਅਗਰ ਅੰਦਰ ਜਾ ਕੇ ਦੇਖਿਆ ਜਾਏ ਇਸ ਟਾਈਮ, ਕਿਉਂਕਿ अर्ਲੀ ਮਾਰਨਿੰਗ ਹੈ, ਕੋਈ ਹਜੇ ਦਾ ਅੰਦਰ ਜਾਣ ਦਾ ਉਹਨਾਂ ਨੇ ਸਿਸਟਮ ਨਹੀਂ ਖੋਲ੍ਹਿਆ, ਲੇਕਿਨ ਮੈਂ ਤੁਹਾਨੂੰ ਸਾਈਡਾਂ ਤੋਂ ਸਾਰਾ ਦਿਖਾ ਦਿੰਦਾ ਇਹਨੂੰ ਕਿ ਦੇਖੋ ਇੱਕ ਪੁਰਾਣੀ ਇਮਾਰਤਾਂ ਦੇ ਵਿੱਚ ਇਹ ਸ਼ਾਮਲ ਹੈ ਫਰੈਂਕਫਰਟ ਦੇ ਨਾ। ਜਿਹੜੇ ਲੋਕ ਇੱਥੇ ਫਿਰਨ ਵਾਸਤੇ ਆਉਂਦੇ ਨੇ ਫਰੈਂਕਫਰਟ ਦੇਖਣ, ਤਾਂ ਉਹ ਇਹ ਜ਼ਰੂਰ ਬਤੌਰ ਹਿਸਟਰੀ ਇਹਨੂੰ ਜ਼ਰੂਰ ਦੇਖਦੇ ਨੇ। ਦੇਖੋ ਚਿੱਟ ਲੱਗੀ ਹੈ ਕਿ ਕਰੋਨਾ ਦੀ ਵਜ੍ਹਾ ਤੋਂ ਉਹਨਾਂ ਨੇ ਇਹਨੂੰ ਬੰਦ ਕੀਤਾ, ਜਿੰਨੀ ਦੇਰ ਤੱਕ ਆਫਤ ਦੂਰ ਨਹੀਂ ਹੁੰਦੀ ਦੁਨੀਆ 'ਚ। ਇਹ ਜਿਹੜਾ ਰਸਤਾ ਇੱਥੋਂ ਅਮੂਮਨ ਲੋਕੀ ਉੱਤੇ ਚੜ੍ਹਦੇ ਨੇ, ਇਹ ਵਿੱਚੋਂ ਦੀ ਫਿਰ ਸੀੜੀਆਂ ਚੜ੍ਹਦੀਆਂ ਵਿੱਚੋਂ ਘੁੰਮਦਿਆਂ ਉਹ ਬਿਲਕੁਲ ਉਚਾਈ 'ਤੇ ਬੰਦਾ ਚਲਾ ਜਾਂਦਾ। ਇਹਦੇ ਇੱਕ ਦਫਾ ਜਾਣ ਦੀ ਮਤਲਬ ਕਿ ਸਾਨੂੰ ਹਿੰਮਤ ਹੋਈ, ਲੇਕਿਨ ਇੰਨੀਆਂ ਬਰੀਕ ਸੀੜੀਆਂ ਸਨ ਅੰਦਰ, ਚੜ੍ਹਦਿਆਂ ਬੰਦੇ ਦਾ ਕੰਮ ਹੋਇਆ। ਇਹਦਾ ਨਾਮ ਹੈ ਡੋਮ ਟੁਰਮ। 95 ਮੀਟਰ ਇਹਦੀ ਉਚਾਈ ਹੈ ਅਤੇ 66 ਮੀਟਰ ਤੱਕ ਜਿਹੜਾ ਇਨਸਾਨ ਉੱਤੇ ਜਾ ਸਕਦਾ ਹੈ। 328 ਸੀੜੀਆਂ ਚੜ੍ਹ ਕੇ। ਇਹ ਨਾਲ ਉਹਨਾਂ ਡਿਟੇਲ ਅਤੇ ਇਹਦੀ ਜਿਹੜੀ ਹਿਸਟਰੀ ਹੈ ਉਹ ਤੁਸੀਂ ਜਾ ਕੇ ਤੇ ਪੜ੍ਹ ਸਕਦੇ ਹੋ ਇਹਦੇ ਵਿੱਚ ਗੂਗਲ ਦੇ ਵਿੱਚ। ਡੋਮ ਟੁਰਮ ਫਰੈਂਕਫਰਟ ਲਿਖੋਗੇ ਤਾਂ ਸਾਰੀ ਤੁਹਾਨੂੰ ਪਤਾ ਚੱਲ ਜਾਏਗਾ ਨਾ। ਇਸ ਦੇ ਨਾਲ ਹੀ ਇਸ ਪਾਸੇ ਬੜੀ ਨਵੀਂ ਅੰਦਾਜ਼ ਦੀ ਇਹਨਾਂ ਬਿਲਡਿੰਗ ਬਣਾਈ ਹੈ, ਜਿਹਦੇ ਵਿੱਚ ਬਹੁਤ ਵੱਡਾ ਇੱਕ ਮਿਊਜ਼ੀਅਮ ਟਾਈਪ ਦੀ। ਇਹ ਤੁਸੀਂ ਦੇਖੋ, ਇਹਦੇ ਵਿੱਚ ਅਗਰ ਚਲੇ ਜਾਓ ਅਤੇ ਇਹਦੇ ਅੰਦਰ ਇਹਨਾਂ ਨੇ ਐਗਜ਼ੀਬਿਸ਼ਨਸ ਡਿਫਰੈਂਟ ਹੁੰਦੀਆਂ ਰਹਿੰਦੀਆਂ ਨੇ। ਇਹ ਨਵੀਂ ਬਿਲਡਿੰਗ ਬਣੀ, ਪਹਿਲਾਂ ਨਹੀਂ ਸੀ ਇਸ ਸਟਾਈਲ ਦੀ। ਔਰ ਅਗਰ ਇਸ ਪਾਸੇ ਚਲੇ ਜਾਓ ਅੱਗੇ ਤੇ ਇਹ ਦੇਖੋ, ਜਦੋਂ ਸੁਬਾਹ ਤੁਸੀਂ ਆਓ ਕਿਸੇ ਵੀ ਸ਼ਹਿਰ 'ਚ ਕਿਸੇ ਜਗ੍ਹਾ 'ਤੇ, ਤੁਹਾਨੂੰ ਖਾਮੋਸ਼ੀ ਦੇ ਨਾਲ ਸਾਰੀਆਂ ਬਿਲਡਿੰਗਾਂ ਔਰ ਘਰ ਜਿਹੜੀ ਜ਼ਿੰਦਗੀ ਉਹ ਨਜ਼ਰ ਆਉਂਦੀ, ਖਾਮੋਸ਼ ਚੱਲਦੀ। ਇਹ ਫਰੈਂਕਫਰਟ ਦੇ ਦਰਮਿਆਨ ਦੇ ਵਿੱਚ ਜਿਹੜਾ ਸਿਟੀ ਹੈ ਉਹਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਹੜੀਆਂ ਬਿਲਡਿੰਗਾਂ ਕਿਸ ਤਰ੍ਹਾਂ ਤਾਮੀਰ ਹੋਈਆਂ ਨੇ, ਬਾਜ਼ ਨਵੀਆਂ ਬਾਜ਼ ਪੁਰਾਣੀਆਂ। ਇਹ ਤੁਹਾਨੂੰ ਉੱਧਰ ਜਾ ਕੇ ਤੇ ਉਹ ਦਿਖਾ ਕੇ ਲਿਆਉਂਦੇ ਹਾਂ, ਜਿਹੜਾ ਕਿ ਫਰੈਂਕਫਰਟ ਸ਼ਹਿਰ ਦਾ ਜਿਹਨੂੰ ਕਹਿੰਦੇ ਨੇ ਨਾ ਇੱਕ ਜਿਹਦੇ ਵਿੱਚ ਮੇਅਰ ਬੈਠਦਾ, ਔਰ ਉਹ ਬਿਲਡਿੰਗ ਪੁਰਾਣੀ ਪਾਰਲੀਮੈਂਟ ਜਿਹਨੂੰ ਤੁਸੀਂ ਕਹਿ ਸਕਦੇ ਹੋ ਸਿਟੀ ਦੀ। ਲੇਕਿਨ ਉਹਨਾਂ ਨੇ ਉਹਨੂੰ ਨਵਾਂ ਪੈਸਾ ਲਾ ਕੇ ਨਵਾਂ ਨਹੀਂ ਬਣਾਇਆ, ਬਲਕਿ ਉਹਨਾਂ ਨੇ ਉਹਨੂੰ ਪੁਰਾਣੀ ਹਾਲਤ ਦੇ ਵਿੱਚ ਜਿਹੜੀ ਓਰੀਜਨਲ ਉਹਦੀ ਹਾਲਤ ਸੀ ਉਸੇ। ਇਹਨਾਂ ਕੌਮਾਂ 'ਚ ਇੱਕ ਇਹ ਚੀਜ਼ ਖੂਬੀ ਪਾਈ ਜਾਂਦੀ ਕਿ ਆਪਣੀ ਪੁਰਾਣੀ ਸਕਾਫਤ ਨੂੰ ਉਹ ਇਸਤੇਮਾਲ ਕਰਦੇ ਨੇ। ਇਹ ਦੇਖੋ ਖਾਮੋਸ਼ੀ ਬਿਲਕੁਲ, ਸੁਬਾਹ ਦੇ ਟਾਈਮ ਕੋਈ ਬੰਦੇ ਨਜ਼ਰ ਨਹੀਂ ਆ ਰਹੇ, ਰੈਸਟੋਰੈਂਟ ਨਹੀਂ ਅਜੇ ਖੁੱਲ੍ਹੇ, ਕੋਈ ਰਸ਼ ਨਹੀਂ। ਔਰ ਇਹ ਬਿਲਡਿੰਗ ਹੈ ਲੋਕੀ ਆਪਣੇ ਖੋਲ੍ਹਣ ਵਾਸਤੇ ਸਫਾਈ ਕਰ ਰਹੇ ਨੇ। ਇਹ ਦੇਖੋ ਉਹ ਬਿਲਡਿੰਗ ਜਿਹੜੀ ਤੁਹਾਨੂੰ ਸਾਈਡ ਤੋਂ ਦਿਖਾਈ ਸੀ, ਜਿਹਦੇ ਵਿੱਚ ਐਗਜ਼ੀਬਿਸ਼ਨਸ ਵਗੈਰਾ ਹੁੰਦੀਆਂ ਨੇ। ਮੇਰਾ ਇਸ ਟਾਈਮ ਟਾਰਗੇਟ ਜਿਹੜਾ ਬੇਸਿਕਲੀ ਇਹ ਹੈ ਕਿ ਮੈਂ ਤੁਹਾਨੂੰ ਉਹ ਜਿਹਨੂੰ ਅਸੀਂ ਰੱਥ ਹਾਊਸ ਕਹਿੰਦੇ ਹਾਂ, ਯਾਨੀ ਜਿਹਦੇ ਵਿੱਚ ਫਰੈਂਕਫਰਟ ਸਿਟੀ ਦੀ ਜਿਹੜੀ ਪਾਰਲੀਮੈਂਟ ਹੈ ਜਾਂ ਮੈਂਬਰਸ ਨੇ ਜਾਂ ਮੇਅਰ ਬੈਠਦਾ ਹੈ, ਉਹਨਾਂ ਦੇ ਦਫ਼ਾਤਰ ਨੇ, ਉਹ ਉਹਨਾਂ ਨੇ ਉਹਨੂੰ ਪੁਰਾਣੀ ਹਾਲਤ 'ਚ ਕਿਸ ਤਰ੍ਹਾਂ ਰੱਖਿਆ। ਇਹ ਜਿਹੜੀ ਬਿਲਡਿੰਗ ਇਹ ਬਾਹਰ ਨਵੀਂ ਤਾਮੀਰ ਕੀਤੀ ਗਈ ਹੈ, ਜਿਹਦੇ ਵਿੱਚ ਡਿਫਰੈਂਟ ਐਗਜ਼ੀਬਿਸ਼ਨਸ ਹੁੰਦੇ ਨੇ ਕਲ ਦੇ ਵਿੱਚ। ਹਾਂਜੀ ਚਲਦਿਆਂ ਹੁਣ ਇਹ ਵੇਖ ਕੇ ਉਹ ਜਗ੍ਹਾ ਜਿਹੜੀ ਮੈਂ ਤੁਹਾਨੂੰ ਦਿਖਾਉਣੀ ਚਾਹ ਰਿਹਾ ਸੀ, ਉਹ ਸਾਹਮਣੇ ਝੰਡੇ ਨਜ਼ਰ ਆ ਰਹੇ ਨੇ। ਇਹ ਜਿਹੜਾ ਇਹਨੂੰ ਗੈਲਰੀ, ਜਦੋਂ ਕੋਈ ਵੱਡਾ ਕਾਰਨਾਮਾ ਕਰਕੇ ਆਏ ਜਰਮਨੀ ਦੀ ਟੀਮ ਜਾਂ ਇਹ ਉਹ, ਤੇ ਫਰੈਂਕਫਰਟ ਦੇ ਵਿੱਚ ਜਦੋਂ ਜਹਾਜ਼ ਤੋਂ ਉਤਰਦੇ ਨੇ ਤੇ ਫਿਰ ਉਹਨਾਂ ਨੂੰ ਇੱਥੇ ਲਿਆ ਕੇ ਤੇ ਇਸ ਬਿਲਡਿੰਗ ਦੇ ਵਿੱਚ ਜਿਹੜੀ ਸਾਹਮਣੇ ਬਾਲਕੋਨੀ ਬਣੀ, ਇਹਦੇ ਵਿੱਚ ਖੜੇ ਹੋ ਕੇ ਤੇ ਇਸ ਜਗ੍ਹਾ ਸਾਰੀ ਖਲਕਤ ਇਕੱਠੀ ਹੋਈ ਹੁੰਦੀ ਹੈ ਆ ਕੇ, ਤੇ ਉਹਨਾਂ ਨੂੰ ਉਹ ਕੀ ਕਹਿੰਦੇ ਨੇ ਹਿੱਲਾਸ਼ੇਰੀ ਜਾਂ ਉਹਨਾਂ ਦਾ ਵੈਲਕਮ ਕਰਦੇ ਨੇ। ਜਰਮਨੀ ਨੇ ਜਦੋਂ ਵਰਲਡ ਕੱਪ ਜਿੱਤਿਆ ਸੀ, ਇੱਥੇ ਆ ਕੇ ਤੇ ਟੀਮ ਨੇ ਫਿਰ ਇਹ ਫਰੈਂਕਫਰਟ ਦਾ ਜਿਹਨੂੰ ਤੁਸੀਂ ਕਹਿੰਦੇ ਜੇ ਰੱਥ ਹਾਊਸ ਜਿਹਨੂੰ ਕਹਿ ਸਕਦੇ, ਕਿਸੇ ਜ਼ਮਾਨੇ ਦੇ ਵਿੱਚ ਜਦੋਂ ਗੈਰ ਮੁਲਕੀਆਂ ਨੂੰ ਨੈਸ਼ਨੈਲਿਟੀਆਂ ਮਿਲਦੀਆਂ ਸਨ ਨਾ, ਹੁਣ ਤਾਂ ਆਮ ਹੋ ਗਿਆ, ਉਦੋਂ ਇੱਥੇ ਲਿਆ ਕੇ ਤੇ ਉਹਨਾਂ ਨੂੰ ਉਹਨਾਂ ਦੀ ਦਿੰਦੇ ਸਨ ਇਜਾਜ਼ੀ ਤੌਰ 'ਤੇ ਉਹਨਾਂ ਨੂੰ ਨੈਸ਼ਨੈਲਿਟੀ ਦੇ ਪੇਪਰ। ਇਹ ਉਹ ਬਿਲਡਿੰਗ ਹੈਗੀ ਜੀ। ਇਸ ਟਾਈਮ ਤੁਸੀਂ ਦੇਖੋ ਸੁਬਾਹ ਦੇ ਟਾਈਮ ਕੋਈ ਖਲਕਤ ਨਹੀਂ, ਕੋਈ ਕੁਛ ਨਹੀਂ। ਇਹ ਪੁਰਾਣੀਆਂ ਬਿਲਡਿੰਗਾਂ ਉਹਨਾਂ ਨੇ ਉਹਨੂੰ ਉਸੇ ਸ਼ਕਲ ਦੇ ਵਿੱਚ ਕਾਇਮ ਰੱਖਿਆ। ਔਰ ਇਸ ਪਾਸੇ ਤੁਸੀਂ ਦੇਖੋ ਇਹ ਚਰਚ ਹੈ, ਇਹਨੂੰ ਉਹਨਾਂ ਨੇ ਜ਼ਰਾ ਥੋੜ੍ਹਾ ਖੂਬਸੂਰਤ ਰੰਗੋ ਰੋਗਨ ਕਰਕੇ ਸ਼ਕਲ ਜ਼ਰਾ ਉਹਦੀ ਖੂਬਸੂਰਤ ਬਣਾ ਦਿੱਤੀ। ਪਰਲੇ ਪਾਸੇ ਫਿਰ ਉਹ ਦਰਿਆ, ਇੱਧਰ ਚਲੇ ਜਾਓ ਅੱਗੇ, ਜਿਹੜੀ ਤੁਹਾਨੂੰ ਅੱਗੇ ਸੈਰ ਕਰਾਈ ਦਰਿਆ ਦੀ। ਇਸ ਪਾਸੇ ਤੁਸੀਂ ਦੇਖੋ
ਰੈਸਟੋਰੈਂਟ ਜਿਹੜਾ ਕਿ ਇੱਕ ਯੂਰਪ ਦਾ ਖਾਸ ਹੈ। ਜਿਹੜੀ ਵੀ ਕੋਈ ਕੁਝ ਖਾਸ ਜਗ੍ਹਾ ਦੇਖਣ ਵਾਲੀਆਂ ਹੁੰਦੀਆਂ ਨੇ ਸ਼ਹਿਰ 'ਚ, ਉੱਥੇ ਰੈਸਟੋਰੈਂਟ ਔਰ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਅਵੇਲੇਬਲ ਹੁੰਦੀ ਹੈ। ਸੁਬਾਹ ਜਿਸ ਟਾਈਮ ਲੋਕਾਂ ਦਾ ਰਸ਼ ਨਹੀਂ, ਮੈਂ ਕਿਹਾ ਚਲੋ ਚੱਲਦੇ ਹਾਂ ਤੁਹਾਨੂੰ। ਤੇ ਇਹ ਹੁਣ ਮੈਂ ਵਾਪਸ ਉਸੇ ਜਗ੍ਹਾ ਜਾ ਰਿਹਾ, ਉੱਥੋਂ ਹੀ ਗੁਜ਼ਰਾਂਗਾ ਜਿੱਥੇ ਡਿਫਰੈਂਟ ਹੈ ਬਾਹਰ ਇਸ਼ਤਿਹਾਰ ਲੱਗੇ ਨੇ ਜੀ। ਇਹਦੇ ਵਿੱਚ ਇਸ ਬਿਲਡਿੰਗ ਦੇ ਵਿੱਚ ਜਿਹੜਾ ਨਾ ਮੁਖਤਲਿਫ ਐਗਜ਼ੀਬਿਸ਼ਨ ਜਿਹੜੀਆਂ ਨੇ ਉਹ ਹੁੰਦੀਆਂ ਨੇ। ਸਾਰੀ ਤੁਸੀਂ ਦੇਖ ਰਹੇ ਜੇ ਸਾਹਮਣੇ, ਇਹਦੇ ਕੋਲ ਦੀ ਗੁਜ਼ਰ ਕੇ ਜਾਊਂਗੇ ਅੱਗੇ ਪਰਲੇ ਰਸਤੇ ਤੋਂ ਉੱਧਰ ਗਏ ਸਾਂ। ਹੁਣ ਇਹ ਰਸਤਾ ਮੈਂ ਲਿਆ, ਮੈਂ ਕਿਹਾ ਨਿਰੰਤਰੋਂ ਦੀ ਸਾਰਾ ਤੁਸੀਂ ਇਹਨੂੰ ਦੇਖੋ ਕਿੱਡਾ ਅਜੀਬ ਜੀ, ਇਸ ਬਰੀਕ ਜੀ ਜਿਵੇਂ ਗੈਲਰੀ ਨਹੀਂ ਹੁੰਦੀ, ਤੁਸੀਂ ਇਹਨੂੰ ਨਾਲ ਬਿਲਡਿੰਗ ਦੇ ਕ੍ਰਾਸ ਕਰ ਸਕਦੇ ਹੋ ਇਸ ਤਰ੍ਹਾਂ ਹੀ। ਬਾਹਰ ਇਹ ਦਿਖਾਉਣ ਦਾ ਮਕਸਦ ਸਿਰਫ ਇਹ ਹੈ ਕਿ ਜਿਹੜੇ ਲੋਕ ਨਹੀਂ ਫਰੈਂਕਫਰਟ ਆਏ ਜਾਂ ਜਿਨ੍ਹਾਂ ਨੇ ਇਹ ਦੇਖੋ ਅੰਦਰ ਖੂਬਸੂਰਤ ਸਟਰਕਚਰ ਹੈ ਬਿਲਕੁਲ, ਇਹਦੇ ਵਿੱਚ ਫਿਰ ਇੱਕ ਟਿਕਟਾਂ ਲੈ ਕੇ ਤੁਸੀਂ ਜਾ ਸਕਦੇ ਹੋ। ਉੱਤੇ ਲਿਖਿਆ ਹੈ ਕਾਸੇ, ਯਾਨੀ ਕਿ ਜਿੱਥੇ ਪੇਮੈਂਟ ਕਰਕੇ ਤੁਸੀਂ ਲਓ ਜੀ। ਮੇਰਾ ਖਿਆਲ ਹੈ ਹੁਣ ਇੱਕ ਦਫਾ ਇੰਨਾ ਕਾਫੀ, ਜਾਂ ਇਹ ਰਸਤਾ ਅਖਤਿਆਰ ਕਰਕੇ ਦੇਖਦੇ ਹਾਂ ਕਿ ਇਹ ਰਸਤਾ ਕਿੱਧਰ ਨੂੰ ਜਾ ਰਿਹਾ, ਕਿਉਂਕਿ ਵਿੱਚੋਂ ਵਿੱਚ ਜਿਹੜੀਆਂ ਨੇ ਛੋਟੇ ਰਸਤੇ ਇਹਨਾਂ ਨੇ ਬਣਾ ਦਿੱਤੇ ਨੇ। ਮੁਖਤਲਿਫ ਬਿਲਡਿੰਗਾਂ ਦੇ ਵਿੱਚੋਂ ਦੀ ਗੁਜ਼ਰੋ, ਦੂਜੇ ਪਾਸੇ ਨਿਕਲ ਜਾਓ। ਸ਼ਹਿਰਾਂ ਦੇ ਵਿੱਚ ਇਹ ਖੂਬਸੂਰਤੀ ਹੈ। ਸ਼ਹਿਰ ਜਿਹੜੇ ਵੀ ਸ਼ਹਿਰ ਚਲੇ ਜਾਓ ਪੁਰਾਣੀਆਂ ਬਿਲਡਿੰਗਾਂ ਦੇ ਵਿੱਚੋਂ ਦੀ ਇਹਨਾਂ ਨੇ ਰਸਤੇ ਖੋਲ੍ਹੇ ਨੇ ਕਿ ਲੋਕ ਇੱਧਰ ਉੱਧਰ ਜਾ ਸਕਣ। ਆ ਦੇਖੋ ਬੈਕ ਤੇ ਹੁਣ ਸੜਕ ਗੁਜ਼ਰੀ ਗੱਡੀਆਂ ਵਾਸਤੇ।